ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪੇ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ ਨੂੰ। ਕੱਲ੍ਹ ਆਪਾਂ ਵਿਚਾਰਦੇ ਸੀ ਕਿ ਪਰਮੇਸ਼ਰ ਜੋ ਹੈ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਸ ਨੂੰ ਜਨਮ ਮਰਨ ਦਾ ਸੰਕਟ ਨਹੀਂ ਪੈਂਦਾ। ਉਸ ਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ ਹੈ। ਸੰਕਟ ਨਹੀਂ ਪਰੈ ਜੋ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਜੋ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਉਸ ਨੂੰ ਇਹ ਸੰਕਟ ਨਹੀਂ ਪੈਂਦਾ ਜਨਮ ਮਰਨ ਦਾ, ਉਹ ਜੂਨਾਂ 'ਚ ਨਹੀਂ ਆਉਂਦਾ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋਰੇ। ਸਾਡਾ ਸੁਆਮੀ ਬਾਬਾ ਕਬੀਰ ਜੀ ਕਹਿੰਦੇ ਐਸਾ ਹੈ, ਨਾ ਉਸ ਦਾ ਮਾਂ ਹੈ ਨਾ ਬਾਪ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਜਾਪ ਸਾਹਿਬ ਦੇ ਵਿੱਚ ਵੀ, ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ, ਨਾ ਪੋਤਰੈ ਨਾ ਪੁੱਤਰੈ, ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ੍ਹ। ਆਓ ਅੱਗੇ ਸ਼ੁਰੂ ਕਰਦੇ ਹਾਂ ਗੌੜੀ। ਰਹਾਉ ਪੰਕਤੀਆਂ ਨੇ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਨਿੰਦਾ ਕਹਿੰਦੇ ਮੈਨੂੰ ਨਿੰਦਾ ਕਰੋ ਮੇਰੀ, ਕਿਉਂਕਿ ਲੋਕ ਨਿੰਦਦੇ ਸੀ। ਕਿਉਂ ਨਿੰਦਦੇ ਸੀ? ਕਿਉਂਕਿ ਇੱਕ ਪਰਮੇਸ਼ਰ ਦੀ ਗੱਲ ਕਰਦੇ ਸੀ, ਪਖੰਡ ਦਾ ਵਿਰੋਧ ਕਰਦੇ ਸੀ, ਉਸ ਮਾਰਗ 'ਤੇ ਚੱਲਦੇ ਸੀ ਜੋ ਸੰਸਾਰ ਤੋਂ ਉਲਟ ਹੈ। ਕਿਉਂਕਿ ਭਗਤਾਂ ਅਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਆਇਆ, ਇਸ ਕਰਕੇ ਲੋਕ ਉਸ ਨੂੰ ਬੁਰਾ ਭਲਾ ਕਹਿੰਦੇ ਸੀ। ਕੋਈ ਉਸ ਕਮਲਾ ਕਹਿੰਦਾ ਸੀ, ਬੌਰਾ ਕਹਿੰਦੇ ਸੀ, ਬਹੁਤ ਸਾਰੀਆਂ ਲੋਕ ਉਹਨਾਂ ਦੀ ਨਿੰਦਾ ਕਰਦੇ ਸੀ। ਅਤੇ ਬਾਬਾ ਕਬੀਰ ਜੀ ਕਹਿੰਦੇ ਵੀ ਨਿੰਦੋ ਭਾਈ, ਮੇਰੀ ਨਿੰਦਾ ਕਰੋ, ਨਿੰਦਾ ਜਨ ਕੋ ਖਰੀ ਪਿਆਰੀ। ਕਿਉਂਕਿ ਨਿੰਦਾ ਮੈਨੂੰ ਪਿਆਰੀ ਲੱਗਦੀ ਹੈ। ਨਿੰਦਾ ਬਾਪ ਨਿੰਦਾ ਮਹਤਾਰੀ। ਨਿੰਦਾ ਤਾਂ ਮੇਰਾ ਬਾਪ ਮੇਰੀ ਮਾਂ ਹੈ। ਕਿਉਂਕਿ ਨਿੰਦਾ ਹੋਊਗੀ ਅਤੇ ਅਸੀਂ ਪ੍ਰਗਟ ਹੋ ਜਾਵਾਂਗੇ, ਸਾਡੇ ਮਨ ਪ੍ਰਕਾਸ਼ ਹੋ ਜਾਏਗਾ। ਇਸ ਕਰਕੇ ਲੋਕ ਜੇ ਨਿੰਦੇ ਨੇ, ਪਰ ਅਸੀਂ ਸਹੀ ਹੋਈਏ। ਰਹੋ ਪੰਕਤੀਆਂ ਨੇ। ਕਹਿੰਦੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਜੇ ਸਾਡੀ ਨਿੰਦਾ ਹੋਵੇ ਅਸੀਂ ਬੈਕੁੰਠ ਨੂੰ ਚਲੇ ਜਾਵਾਂਗੇ, ਪਰ ਨਿੰਦਾ ਹੋਵੇ ਕਿਵੇਂ? ਅਸੀਂ ਗਲਤ ਨਾ ਹੋਈਏ। ਇਹ ਨਾ ਹੋਈਏ ਵੀ ਅਸੀਂ ਚੋਰੀ ਕਰੀਏ ਅਤੇ ਲੋਕ ਸਾਨੂੰ ਚੋਰ ਚੋਰ ਕਹਿਣ, ਅਸੀਂ ਬੈਕੁੰਠ ਚਲੇ ਜਾਵਾਂਗੇ। ਨਹੀਂ, ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲੀਏ। ਅਤੇ ਜੇ ਸਾਨੂੰ ਕੋਈ ਨਿੰਦਦਾ, ਆਪਾਂ ਇਹ ਨਹੀਂ ਦੇਖਣਾ ਵੀ ਮੇਰੀ ਕੋਈ ਨਿੰਦਾ ਕਰਦਾ ਹੈ, ਕਿਉਂਕਿ ਨਿੰਦਾ ਕਰਨ ਵਾਲਾ ਸਾਡੇ ਮਾਰਗ 'ਚ ਰਕਾਉਂਦਾ ਹੈ। ਲੇਕਿਨ ਅਸੀਂ ਹੋਰ ਉਸ ਤੋਂ ਚੱਲਦੇ ਹਾਂ। ਜਦੋਂ ਅਸੀਂ ਨਿੰਦਾ ਦੇ ਬਾਵਜੂਦ ਵੀ ਚੱਲਦੇ ਹਾਂ ਅਤੇ ਫਿਰ ਅਸੀਂ ਪ੍ਰਭੂ ਨੂੰ ਹੋਰ ਪਾਉਂਦੇ ਹਾਂ। ਜਿਵੇਂ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਸਤਿਗੁਰਾਂ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਹਰਿ ਜਨ ਰਾਮ ਨਾਮ ਗੁਣ ਗਾਵੈ, ਜੇ ਕੋ ਨਿੰਦ ਕਰੈ ਹਰਿ ਜਨ ਕੀ, ਆਪਣਾ ਗੁਣ ਨਾ ਗਵਾਵੈ। ਵੀ ਜਿਹੜਾ ਹਰੀ ਦਾ ਜਨ ਹੈ, ਹਰੀ ਦੇ ਗੁਣ ਗਾਉਂਦਾ ਹੈ, ਜੇ ਉਸ ਦੀ ਕੋਈ ਨਿੰਦਾ ਵੀ ਕਰਦਾ, ਕਿਉਂਕਿ ਉਸ ਨੂੰ ਗੁਣ ਦਿੱਤਾ ਪ੍ਰਭੂ ਨੇ,
ਗਾਉਣ ਦਾ ਖਜ਼ਾਨਾ ਦਿੱਤਾ ਹੈ ਗੁਣਾਂ ਦਾ। ਉਹ ਆਪਣਾ ਉਹ ਗੁਣ ਨਾ ਗਵਾਵੇ, ਉਹ ਗਾਉਂਦਾ ਰਹੇ। ਜੇ ਕੋਈ ਦੀ ਨਿੰਦਾ ਵੀ ਕਰਦਾ ਪਿਆ, ਕੋਈ ਕਰੀ ਜਾਵੇ, ਪਰ ਉਹ ਪ੍ਰਭੂ ਦੇ ਗੁਣ ਗਾਉਂਦਾ ਰਹੇ। ਇੱਦਾਂ ਬਾਬਾ ਕਬੀਰ ਜੀ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਸੀ। ਲੋਕ ਨਿੰਦਾ ਵੀ ਕਰਦੇ ਸੀ, ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਨਾਮ ਪਦਾਰਥ ਮਨੈ ਵਸਾਈਐ। ਨਾਮ ਪਦਾਰਥ ਨੂੰ ਮਨ ਵਿੱਚ ਵਸਾ ਲਈਏ। ਜੇ ਕੋਈ ਨਿੰਦਾ ਕਰਦਾ, ਕੋਈ ਨਹੀਂ, ਅਸੀਂ ਬੈਕੁੰਠ ਜਾਵਾਂਗੇ, ਕਿਉਂਕਿ ਅਸੀਂ ਹੋਰ ਦ੍ਰਿੜਤਾ ਦੇ ਨਾਲ ਚੱਲਦੇ ਹਾਂ। ਪ੍ਰਭੂ ਹੋਰ ਖੁਸ਼ ਹੁੰਦਾ ਹੈ ਕਿ ਰੁਕਾਵਟਾਂ ਦੇ ਬਾਵਜੂਦ ਵੀ ਇਹ ਚੱਲਦਾ ਹੈ। ਇਸ ਨੇ ਛੱਡਿਆ ਨਹੀਂ, ਇਸ ਨੇ ਕੋਈ ਪਰਵਾਹ ਨਹੀਂ ਕੀਤੀ, ਨਿੰਦਾ ਦੀ ਪਰਵਾਹ ਨਹੀਂ ਕੀਤੀ। ਹਿਰਦਾ ਸੁੱਧ ਜੋ ਨਿੰਦਾ ਹੋਏ। ਪਰ ਕੀ ਹੈ ਕਿ ਹਿਰਦਾ ਸਾਡਾ ਸ਼ੁੱਧ ਹੋਵੇ, ਫਿਰ ਜੋ ਕੋਈ ਨਿੰਦਾ ਕਰਦਾ ਹੈ। ਹਮਰੇ ਕੱਪੜੇ ਨਿੰਦਕ ਧੋਏ। ਸਮਝ ਲਓ ਸਾਡੇ ਕੱਪੜੇ ਧੋਂਦਾ ਹੈ, ਸਾਡਾ ਮਾੜਾ ਨਹੀਂ ਕਰਦਾ, ਸਾਡੇ ਭਲੇ ਵਾਸਤੇ ਸਾਡੀ ਨਿੰਦਾ ਕਰਦਾ ਹੈ। ਨਿੰਦਾ ਕਰੈ ਸੋ ਹਮਰਾ ਮੀਤ। ਜੋ ਸਾਡੀ ਨਿੰਦਾ ਕਰਦਾ, ਕਹਿੰਦੇ ਉਹ ਸਾਡਾ ਮਿੱਤਰ ਹੈ, ਕਿਉਂਕਿ ਉਹ ਸਾਡੇ ਭਲੇ ਵਾਸਤੇ ਕਰਦਾ ਹੈ। ਨਿੰਦਕ ਮਾਹੇ ਹਮਾਰਾ ਚਿੱਤ। ਸਾਡਾ ਚਿੱਤ ਵੀ ਉਸੇ ਦੇ ਵਿੱਚ ਹੈ ਕਿ ਉਹ ਸਾਡੀ ਨਿੰਦਾ ਕਰਦਾ ਹੈ। ਉਹ ਰੁਕਾਵਟ ਬਣਦਾ, ਅਸੀਂ ਫਿਰ ਚੱਲ ਰਹੇ ਹਾਂ ਉਸ ਮਾਰਗ ਦੇ ਉੱਤੇ। ਉਹ ਸਾਨੂੰ ਰੋਕਣਾ ਚਾਹੁੰਦਾ ਹੈ, ਮਾੜਾ ਕਹਿ ਕੇ ਵੀ ਅਸੀਂ ਇਸ ਨੂੰ ਮਾੜਾ ਭਲਾ ਕਹੀਏ ਤਾਂ ਕਿ ਇਸ ਮਾਰਗ 'ਤੇ ਅਟਕ ਜਾਵੇ। ਲੇਕਿਨ ਅਸੀਂ ਉਸ ਦੇ ਬਾਵਜੂਦ ਚੱਲਦੇ ਹਾਂ ਅਤੇ ਅਸੀਂ ਖੁਸ਼ ਵੀ ਹੁੰਦੇ ਹਾਂ ਕਿ ਉਹ ਰੋਕਦਾ, ਅਸੀਂ ਰੁਕ ਨਹੀਂ ਰਹੇ। ਪ੍ਰਭੂ ਨੇ ਸਾਨੂੰ ਜਾਏ ਕਹਿ ਦਈਏ ਕਿ ਪ੍ਰਭੂ ਸਾਡੀ ਰਾਖੀ ਕਰ ਰਿਹਾ ਹੈ, ਕਿ ਸਾਨੂੰ ਰੋਕਣ ਦੇ ਬਾਵਜੂਦ ਵੀ ਸਾਨੂੰ ਚਲਾ ਰਿਹਾ ਹੈ। ਨਿੰਦਕ ਸੋ ਜੋ ਨਿੰਦਾ ਹੋ ਰਿਹਾ। ਉਹ ਨਿੰਦਕ ਆ ਜਿਹੜਾ ਨਿੰਦਾ ਨੂੰ ਲੋਚਦਾ ਹੈ, ਕਿਉਂਕਿ ਬਹੁਤ ਸਾਰੇ ਜੀਵਾਂ ਦਾ ਕੰਮ ਹੀ ਕਹਿ ਕੇ ਲੋਕਾਂ ਦੀ ਨਿੰਦਾ ਕਰਨੀ। ਐਸੇ ਜੀਵਾਂ ਨੂੰ ਕਾਂ ਬਿਰਤੀ ਦੇ ਲੋਕ ਵੀ ਕਿਹਾ ਹੈ। ਜਿਵੇਂ ਕਾਂ ਹੈ, ਕਾਂ ਨੇ ਗੰਦਗੀ ਦੇ ਵਿੱਚ ਚੁੰਝਾਂ ਮਾਰਨੀਆਂ ਨੇ। ਇੱਦਾਂ ਕਈ ਲੋਕਾਂ ਨੇ ਨਿੰਦਾ ਹੀ ਕਰਨੀ ਹੁੰਦੀ ਹੈ। ਕਈਆਂ ਨੂੰ ਸੁਣਨ ਦੀ ਆਦਤ ਹੁੰਦੀ, ਕਈਆਂ ਨੂੰ ਨਿੰਦਾ ਕਰਨ ਦੀ ਹੁੰਦੀ ਹੈ। ਇਸ ਕਰਕੇ ਉਹ ਸਮਝਾਉਂਦੇ ਨੇ, ਨਿੰਦਾ ਹਮਰਾ ਜੀਵਨ ਨਿੰਦਕ ਲੋਰੈ। ਕਹਿੰਦੇ ਸਾਡਾ ਜੀਵਨ ਲੋਰਦਾ ਹੈ ਨਿੰਦਕ। ਨਿੰਦਾ ਹਮਰੀ ਪ੍ਰੇਮ ਪਿਆਰ। ਸਾਨੂੰ ਪਿਆਰੀ ਲੱਗਦੀ, ਜੋ ਸਾਡੀ ਨਿੰਦਾ ਕਰਦਾ ਹੈ ਸਾਨੂੰ ਪਿਆਰਾ ਲੱਗਦਾ ਹੈ। ਨਿੰਦਾ ਹਮਰਾ ਕਰੇ ਉਦਾਰ। ਕਿਉਂਕਿ ਨਿੰਦਾ ਸਾਡਾ ਉਦਾਰ ਕਰਦੀ ਹੈ। ਜਨ ਕਬੀਰ ਕੋ ਨਿੰਦਾ ਸਾਰ। ਤੇ ਬਾਬਾ ਕਬੀਰ ਸਮਝਾਉਂਦੇ ਨੇ ਕਿ ਸਾਨੂੰ ਨਿੰਦਾ ਲੋਚਦੀ ਹੈ, ਉਹ ਸਾਡੀ ਸੰਪਤੀ ਹੈ, ਸਾਡਾ ਭਲਾ ਹੈ। ਨਿੰਦਕ ਡੂਬਾ ਹਮ ਉਤਰੇ ਪਾਰ। ਕਿਉਂਕਿ ਨਿੰਦਕ ਨੇ ਡੁੱਬਣਾ ਹੈ ਤੇ ਅਸੀਂ ਪਾਰ ਹੋ ਜਾਣਾ ਹੈ। ਨਿੰਦਾ, ਪਰ ਨਿੰਦਾ ਜੇ ਆਪਾਂ ਨੂੰ ਔਗਣ ਕਰਦਿਆਂ ਨੂੰ ਕੋਈ ਮਾੜਾ ਕਹਿੰਦਾ, ਉਹ ਨਿੰਦਾ ਨਹੀਂ ਹੈ। ਨਿੰਦਾ ਕਿਹੜੀ ਹੈ? ਜਦੋਂ ਅਸੀਂ ਹੋਈ ਠੀਕ ਤੇ ਫਿਰ ਵੀ ਸਾਨੂੰ ਕੋਈ ਨਿੰਦਾ ਕਰੇ, ਕਿਉਂਕਿ ਉੱਥੇ ਫਿਰ ਪ੍ਰਭੂ ਖੁਸ਼ ਹੁੰਦਾ ਹੈ ਕਿ ਇਹ ਜੀਵ ਕਿਸੇ ਦੀ ਪਰਵਾਹ ਨਹੀਂ ਕਰਦਾ। ਕਿਉਂਕਿ ਜਿਹੜੇ ਕੰਮ ਦੇ ਵਿੱਚ ਸਾਡੀ ਸ਼ਾਬਾਸ਼ ਹੋਵੇ ਉਸ ਨੂੰ ਤਾਂ ਅਸੀਂ ਕਰ ਲਵਾਂਗੇ, ਪਰ ਨਿੰਦਾ ਵਾਲਾ ਕੰਮ ਜਿਹੜਾ ਸੰਸਾਰ ਤੋਂ ਉਲਟ ਚੱਲਣਾ ਹੈ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਅਤੇ ਪ੍ਰਭੂ ਨੂੰ ਪਿਆਰੇ ਨੇ ਜਿਹੜੇ ਸੰਸਾਰ ਦੀ ਰੀਤੀ ਛੱਡ ਕੇ ਚੱਲਦੇ ਨੇ। ਉਹ ਪਰਵਾਹ ਨਹੀਂ ਕਰਦੇ ਕਿਸੇ ਦੀ। ਅਤੇ ਨਿੰਦਕਾਂ ਨੂੰ ਫਿਰ, ਕਿਉਂਕਿ ਨਿੰਦਕ ਦਾ ਕੰਮ ਹੀ ਨਿੰਦਾ ਕਰਨਾ ਹੈ, ਅਤੇ ਨਿੰਦਕ ਵੀ ਆਪ ਨਹੀਂ ਪੈਦਾ ਹੋਏ, ਉਹ ਵੀ ਪ੍ਰਭੂ ਨੇ ਹੀ ਪੈਦਾ ਕੀਤੇ ਨੇ। ਉਹਨਾਂ ਦੀ ਕਿਰਤ ਵੀ ਧੁਰੋਂ ਹੀ ਪਈ ਹੋਈ ਹੈ। ਕਿਰਤ ਨਿੰਦਕਾ ਧੁਰ ਹੀ ਪਿਆ। ਆਓ ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ।
राजा राम तू ऐसा निरपौ, तरन तारन राम राया। जो राजा राम परमेश्वर तुम हो सब राजन के राजा, सारे राजियां दा राजा जिहड़ा है राम परमेश्वर, उसनूं मिल लैंदा है जीव। मिलण तो बाद फिर उसदे नाल गल्लां करदा है कि तू ऐसा निरपौ है, तू तां आप भी तरन वाला तारन वाला भी है, क्योंकि जिहड़ा आप नहीं तर सकदा दूजिਆਂ ਨੂੰ नहीं तार सकदा, इदां परमेश्वर है वो सानू तार सकता है, वो समर्थ है। वो राम राया तारदा है, पर तारदा किनू है? जिहड़े तरना चाहुंदे ने, जिहड़े तरना ही नहीं चाहुंदे, जो तैरना सीखना ही नहीं चाहुंदे, जां आपां कह दईए कि समुंदर दे विच जां दरिया दे विच बेड़ी है, पर वो बेड़ी चढ़ना ही नहीं चाहुंदे, डुबना ही चाहुंदे, उन्हां नूं कोई नहीं तार सकदा। पर जिहड़ा तरना चाहुंदे ने उन्हां नूं ओ राम राय तारदा है। तरन तारन राम राया। ये रहो पंक्ति है शब्द दी। जब हम होते तब तुम नहीं, अब तुम हो हम नहीं। जद हम, जद मैं हैगा सी, मेरे च हंकार सी, मेरे हौमे सी, मेरा एक अपना आप सी, उन्नी देर प्रभु नहीं सी। अब तुम हो हम नहीं, हुण तू ही है मैं नहीं हाँ। अब हम तुम एक पे हैं, एक कह देखत मन पतिया ही। क्योंकि जद आपा की सी, जद मैं सी, आपा सी, साडा एक अस्थूल रूप सी, ते परमेश्वर प्रकाश रूप सी। ते फिर की होया कि साडा मन भी प्रकाश हो गया, आपा खत्म हो गया, फिर वो ही रह गया। ते उहदे विच हुण आपा जिहड़ा है मिल गया, एक हो गया, एक रूप हो गया। अब हम तुम एक पे हैं, एक हो गए, क्योंकि प्रकाश जिवें बूंद सागर च मिल के सागर रूप हो जाती। इदां बाबा कबीर जी कहते कि साडी जोत प्रकाश हो गया, मन हुण तेरे च मिल गया, इस करके आपां एक ही हो गए। एक है देखत मन पतिया ही। हुण मन नूं आनंद आउंदा है, क्योंकि अपने आप नूं ते प्रभु नूं देख लिया, दोनों ही प्रकाश रूप हैं। इस करके इत्थे हुण सानू पूरा भरोसा है, पूरा विश्वास हो गया है कि असी कोई वखरे नहीं, असी तेरी अंश हाँ, तेरे समा गए हाँ। पर कदों विछड़े सी? जदों साडा मन अस्थूल सी। अस्थूल क्यों सी? हौमे दे विच, हौमे मन अस्थूल है। हौमे खत्म हो गई, मन प्रकाश हो गया, हुण असी तेरा ही रूप हो गए हाँ। जब बुद्ध होती तब बल कैसा, अब बुद्ध बल न खटाई। जद अपनी बुद्ध सी, साडा एक बल सी अपना, इस करके असी प्रभु नूं नहीं सी मिल सकते, क्योंकि आप नहीं मिलिया जाता। अब बुद्ध बल न खटाई। हुण साडी अपनी ना बुद्ध रही, ना साडा अपना बल है, क्योंकि आप खत्म हो गया है। कह कबीर बुद्ध हर लई मेरी। हुण परमेश्वर ने साडी बुद्ध हर लई, साडी बुद्ध लै लई, मेरी बुद्ध बदली सिद्ध पाई। हुण मेरी बुद्ध जिहड़ी वो बदलती, जिहड़ी मेरी बुद्ध सी वो लै ली ते अपनी बुद्ध मैनू दे दित्ती, जां ज्ञान दी मत दे दित्ती। जिहड़ी दुरमत सी वो सातों लैके वो हिर लई ते गुर दी मत दे दित्ती। हुण वो बुद्ध दे दित्ती विवेक बुद्ध। विवेक बुद्ध दे नाल ही सानू फिर सोझी हो गई कि असी तेरा रूप हाँ, तेरे तो विछड़े सी, हुण तेरे विच समा गए। हुण साडा मन पूर्ण भरोसा हो गया है कि वही तारन वाला है, दूजा नहीं तार सकता। पर तारदा किनू है? जिहड़े तरन वाले, तरना चाहुंदे ने, जिहड़े भवसागर नूं पार करना चाहुंदे ने।
आओ अगे शब्द है गौड़ी। रहो पंक्तियां ने। अब मन जागत रहो रे पाई, गाफल होए कै जन्म गवायो, चोर मुस्सा कर जाई। ਹੁਣ ਮਨ ਨੂੰ ਸਮਝਾਉਂਦੇ ਨੇ ਜਦੋਂ ਗਿਆਨ ਹੋ ਜਾਂਦਾ ਉਸ ਤੋਂ ਬਾਅਦ ਹੀ ਮਨ ਸਮਝਦਾ ਹੈ, ਕਿਉਂਕਿ ਨਹੀਂ ਤਾਂ ਮਨ ਸੁੱਤਾ ਹੈ। ਜਿਵੇਂ ਆਪਾਂ ਕੋਈ ਕਿਸੇ ਨੂੰ ਜਗਾ ਦਈਏ, ਸੁੱਤੇ ਪਏ ਨੂੰ ਜਗਾਈਏ, ਜਗਾ ਕੇ ਫਿਰ ਕਹੀਏ ਵੀ ਹੁਣ ਜਾਗਦਾ ਰਹੀ, ਸੌ ਨਾ ਜਾਈ, ਚੋਰ ਫਿਰਦੇ ਨੇ, ਲੁੱਟ ਲੈ ਜਾਣਗੇ, ਘਰ ਦੀ ਚੋਰੀ ਕਰ ਲੈਣਗੇ। ਕਈਆਂ ਦੇ ਤਾਂ ਸੁੱਤੇ ਹੀ ਪਏ ਹਨ, ਸੁੱਤੇ ਪਿਆਂ ਨੂੰ ਕਿਆ ਕੁਝ ਦੱਸੇਗਾ। ਕਿਸੇ ਨੂੰ ਕਵਾਂਗੇ ਆਪਾਂ ਦੱਸਾਂਗੇ, ਜਗਾ ਕੇ ਹੀ ਦੱਸਾਂਗੇ। ਇੱਦਾਂ ਹੀ ਜਿਹੜੇ ਗੁਰ ਦਾ ਗਿਆਨ ਲੈ ਕੇ ਜਿਨ੍ਹਾਂ ਨੂੰ ਮਨ ਜਗਾਇਆ ਹੈ ਗੁਰ ਦੇ ਗਿਆਨ ਦੁਆਰਾ, ਫਿਰ ਉਹਨਾਂ ਨੂੰ ਸਮਝਾ ਰਹੇ ਨੇ। ਜਾਂ ਅਸੀਂ ਇਹ ਕਹਿ ਦਈਏ ਕਿ ਆਪਣੇ ਮਨ ਨੂੰ ਜਦੋਂ ਇੱਕ ਵਾਰੀ ਸਾਡਾ ਮਨ ਜਾਗ ਪਿਆ, ਫਿਰ ਸਾਡੀ ਆਤਮਾ ਸਾਡੇ ਮਨ ਨੂੰ ਸਮਝਾ ਰਹੀ ਹੈ ਕਿ ਹੁਣ ਤੂੰ ਸੋਈ ਨਾ, ਅਬ ਮਨ ਜਾਗਤ ਰਹੋ ਰੇ ਭਾਈ। ਗਾਫਲ ਹੋ ਕੇ ਜਨਮ ਗਵਾਇਆ। ਪਹਿਲਾਂ ਤੂੰ ਗਾਫਲ ਹੋਇਆ ਸੀ, ਨਸ਼ੇ ਦੇ ਵਿੱਚ, ਮਾਇਆ ਦੇ ਵਿੱਚ ਸੌ ਗਿਆ ਸੀ, ਭਰਮ ਦੇ ਵਿੱਚ। ਇਸ ਕਰਕੇ ਤੂੰ ਆਪਣਾ ਜੀਵਨ ਗਵਾ ਰਿਹਾ ਸੀ। ਤੂੰ ਤੇਰੇ ਘਰ 'ਚ ਚੋਰ ਪੈਂਦੇ ਸੀ, ਲੁੱਟਦੇ ਸੀ, ਕਿਉਂਕਿ ਤੂੰ ਗਾਫਲ ਹੋ ਗਿਆ ਸੀ। ਹੁਣ ਨਾ ਸੋਈ, ਹੁਣ ਗਾਫਲ ਨਾ ਹੋਈ, ਹੁਣ ਤੂੰ ਜਾਗਦਾ। ਗਾਫਲ ਹੋ ਕੇ ਜਨਮ ਗਵਾਇਆ, ਚੋਰ ਮੁੱਸਾ ਕਰ ਜਾਈ। ਕਿ ਤੂੰ ਤਾਂ ਆਪਣਾ ਘਰ ਦਾ ਗਿਆਨ ਨਹੀਂ ਰੱਖਿਆ। ਤੇਰੇ ਘਰ ਨੂੰ, ਤੇਰੇ ਧਨ ਨੂੰ ਚੋਰ ਲੁੱਟ ਰਹੇ ਨੇ। ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਿਹੜੇ ਪੰਜ ਦੇਹੀ ਦੇ ਵਿੱਚ ਹੀ ਵਸਦੇ ਨੇ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਜਦੋਂ ਮਨ ਇਸ ਮਾਇਆ ਦੇ ਦੇਸ਼ ਵਿੱਚ ਆਉਂਦਾ ਹੈ ਤਾਂ ਇਹ ਇੱਥੇ ਚੋਰਾਂ ਦਾ ਦੇਸ਼ ਹੈ, ਠੱਗਾਂ ਦਾ ਦੇਸ਼ ਹੈ। ਅਤੇ ਇੱਥੇ ਆ ਕੇ ਇਸ ਨੂੰ ਲੁੱਟ ਲੈਂਦੇ ਨੇ। ਪਰ ਲੁੱਟਦੇ ਕਦੋਂ ਨੇ? ਜਦੋਂ ਇਹ ਭਰਮ 'ਚ ਸੌਂ ਜਾਂਦਾ, ਭਰਮ 'ਚ ਪੈ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਹੁਣ ਨਾ ਸੋਈ ਤੂੰ, ਹੁਣ ਜਾਗਦਾ ਰਹੀ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਖਟ ਨੇਮ ਕਰ ਕੋਠੜੀ ਬਾਧੀ, ਬਸਤ ਅਨੂਪ ਵਿੱਚ ਬੀਚ ਪਾਈ। ਹੁਣ ਇਹ ਸਾਡਾ ਜਿਹੜਾ ਸਰੀਰ ਹੈ, ਖਟ ਚੱਕਰਾਂ 'ਤੇ ਸਾਡਾ ਸਰੀਰ ਖੜਾ ਹੈ, ਅਤੇ ਇਸ ਦੇ ਵਿੱਚ ਪਰਮੇਸ਼ਰ ਨੇ ਇੱਕ ਬਸਤ ਪਾਈ ਹੈ ਅਨੂਪ। ਉਹ ਕੀ ਹੈ? ਜੋਤ ਸਾਡੀ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰ ਤੇ ਬਾਰ ਨਾ ਲਾਈ। ਹੁਣ ਇੱਥੇ ਜਿਹੜਾ ਕੁੰਜੀ ਹੈ, ਇਸ ਘਰ ਦੀ, ਜਿਵੇਂ ਆਪਾਂ ਘਰ ਬਣਾ ਦਈਏ, ਘਰ ਦੇ ਅੰਦਰ ਵਸਤੂ ਰੱਖ ਦਈਏ ਅਤੇ ਜਿੰਦਰਾ ਲਾ ਦਈਏ। ਆਪਣਾ ਜਿਹੜਾ ਘਰ ਹੈ, ਇੱਕ 9 ਦਰ ਨੇ, ਇੱਕ 10ਵੇਂ ਦੁਆਰ, ਜਿੱਥੇ ਵਸਤੂ ਪਈ ਹੈ ਨਾਮ, ਅਤੇ ਉਸ ਨੂੰ ਕੁੰਜੀ ਜਿੰਦਰਾ ਲੱਗਿਆ ਹੈ। ਅਤੇ ਕੁੰਜੀ ਕਿੱਥੇ ਹੈ? ਪ੍ਰਾਣਾਂ ਦੇ ਵਿੱਚ। ਕੁੰਜੀ ਕੋਲ ਪ੍ਰਾਣ ਕਰ ਰੱਖੇ। ਜਿਸ ਅਸੀਂ ਪ੍ਰਾਣਾਂ ਤਾਂ ਆ ਕੇ ਮਿਲ ਜੂਗੇ ਅਤੇ ਜਿੰਦਰਾ ਖੁੱਲ੍ਹ ਜਾਏਗਾ, ਕਿਉਂਕਿ ਉੱਥੇ ਕੁੰਜੀ ਹੈ। ਲੇਕਿਨ ਜੇ ਉੱਥੇ ਨਹੀਂ ਆਵਾਂਗੇ, ਜਿੰਦਰਾ ਨਹੀਂ ਖੁੱਲ੍ਹਦਾ। ਇਸ ਕਰਕੇ ਪਰਮੇਸ਼ਰ ਨੇ ਇੱਥੇ ਜਿੰਦਾ ਲਾ ਕੇ ਕੁੰਜੀ ਰੱਖ ਦਿੱਤੀ ਹੈ, ਅਤੇ ਅਸੀਂ ਖੋਲ੍ਹ ਕੇ ਜਾ ਸਕਦੇ ਹਾਂ, ਜਿਸ ਨੂੰ 1 ਸੈਕਿੰਡ ਹੀ ਲੱਗਦਾ ਹੈ। ਜੇ ਅਸੀਂ ਇਹ ਵਿਧੀ ਨੂੰ ਅਪਣਾ ਲਈਏ, ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਖਿਣ ਮਾਤਰ ਦਾ ਸਮਾਂ ਹੈ। ਪਰ ਜੇ ਕੁੰਜੀ ਅਸੀਂ ਹੈ ਕਿ ਇਹ ਗੁਰ ਕੁੰਜੀ ਪਾਹ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜਾ, ਅਵਰ ਨਾ ਕੁੰਜੀ ਹੱਥ। ਇਸ ਕਰਕੇ ਕੁੰਜੀ ਸ਼ੁਰੂ ਕਿੱਥੋਂ ਹੁੰਦੀ? ਜਿੱਥੋਂ ਸਵਾਸ ਆਉਂਦਾ ਹੈ, ਪ੍ਰਾਣਾਂ ਤੋਂ। ਪੰਜ ਪਹਿਰੂਆ ਦਰ ਮੈਂ ਰਹਿਤੇ। ਹੁਣ ਇਸੇ ਦਰ 'ਤੇ 5 ਪਹਿਰੂਆ ਰਹਿੰਦੇ ਨੇ, ਜਿਹੜੇ ਸਾਨੂੰ ਭਰਮ 'ਚ ਪਾ ਲੈਂਦੇ ਨੇ, ਸਾਨੂੰ ਕੁੰਜੀ ਦਾ ਭੇਤ ਨਹੀਂ ਆਉਣ ਦਿੰਦੇ।
ਤਿਨ ਕਾ ਨਹੀਂ ਪਤਿਆਰਾ। ਕਹਿੰਦੇ ਇਹਨਾਂ ਦਾ ਕੋਈ ਭਰੋਸਾ ਨਹੀਂ। ਜਦੋਂ ਹੀ ਮਨ ਪਾਉਣ 'ਚ ਮਿਲ ਗਿਆ ਤੇ ਬਗਾਨੇ ਦੇਸ਼ 'ਚ ਆ ਗਿਆ ਤੇ ਪੰਜੇ ਪੈਰੇ ਤੇ ਨੇ, ਇਹ ਸਾਨੂੰ ਭਰਮ 'ਚ ਪਾ ਲੈਂਦੇ ਨੇ, ਇਹ ਲੁੱਟਦੇ ਨੇ ਅੰਮ੍ਰਿਤ। ਇਹਨਾਂ ਦਾ ਭਰੋਸਾ ਨਹੀਂ ਕਰਨਾ। ਕਹਿੰਦੇ ਕਦੋਂ ਤੈਨੂੰ ਭਰਮ 'ਚ ਪਾ ਕੇ ਲੁੱਟ ਲੈਣਾ। ਪਰ ਪਵੇਗਾ ਕਦੋਂ? ਜਦੋਂ ਤੂੰ ਸੌਂ ਜਾਏਗਾ। ਜੇ ਤੂੰ ਜਾਗਦਾ ਰਹੇਗਾ ਫਿਰ ਤੈਨੂੰ ਨਹੀਂ ਲੁੱਟ ਸਕਦੇ। ਲੁੱਟਣਗੇ ਕਦੋਂ? ਜਦੋਂ ਤੂੰ ਸੌਂ ਗਿਆ, ਫਿਰ ਤੇਰੀ ਚੋਰੀ ਕਰਨਗੇ। ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਕਾਸ਼ ਉਜਾਰਾ। ਤੂੰ ਚੇਤ ਹੋ ਕੇ, ਸੁਚੇਤ ਹੋ ਕੇ ਚਿੱਤ 'ਚ ਰਹੇਗਾ ਗੁਰ ਦੇ ਗਿਆਨ ਦੁਆਰਾ, ਫਿਰ ਸਾਨੂੰ ਸਦਾ ਪ੍ਰਕਾਸ਼ ਰਹੇਗਾ। ਤੋ ਲੈ ਪ੍ਰਕਾਸ਼ ਉਜਾਰਾ, ਫਿਰ ਪ੍ਰਕਾਸ਼ ਰਹੇਗਾ। ਹਨੇਰੇ 'ਚ ਲੁੱਟਣਗੇ, ਚਾਨਣੇ 'ਚ ਤੈਨੂੰ ਨਹੀਂ ਲੁੱਟ ਸਕਦੇ। ਪਰ ਤੂੰ ਜਾਗਦਾ ਰਹੇਗਾ। ਚਾਨਣੇ 'ਚ ਪਿਆ ਵੀ ਸੌਂ ਗਿਆ ਬੰਦਾ, ਸਭ ਕੁਛ ਭੁੱਲ ਜਾਂਦਾ ਹੈ। ਘਰ 'ਚ ਲਾਈਟ ਵੀ ਬਲਦੀ ਹੋਵੇ, ਕਮਰੇ 'ਚ ਆਪਾਂ ਸੌਂ ਗਏ ਤੇ ਸਾਡੇ ਵਾਸਤੇ ਅੰਧੇਰਾ ਹੀ ਕੁਛ ਸੌਂ ਗਏ। ਜੇ ਜਾਗਦੇ ਵੀ ਹਾਂ, ਅੰਧੇਰਾ ਹੈ, ਅੰਧੇਰੇ 'ਚ ਵੀ ਚੋਰ ਉੜ ਸਕਦੇ ਨੇ। ਇਸ ਕਰਕੇ ਚਾਨਣ ਦੇ ਵਿੱਚ, ਚਾਨਣ 'ਚ ਬੈਠਣਾ ਹੈ, ਪ੍ਰਕਾਸ਼ ਲੈ ਕੇ ਰੱਖਣਾ ਤਾਂ ਕਿ ਸਾਨੂੰ ਲੁੱਟ ਨਾ ਸਕਣ। ਨੌ ਘਰ ਦੇਖ ਜੋ ਕਾਮਨ ਭੂਲੀ, ਬਸਤ ਅਨੂਪ ਨਾ ਪਾਈ। ਜੇ 9 ਦਰਾਂ ਤੱਕ ਦੇਖ ਕੇ ਹੀ, 9 ਦਰਾਂ ਤੱਕ ਸੀਮਤ ਹੈ, 9 ਹੀ ਦੇਖਦੀ ਹੈ, 10ਵਾਂ ਦੁਆਰ ਦੇਖਿਆ ਨਹੀਂ ਤੇ ਕਾਮਨ ਇਸਤਰੀ ਨੂੰ ਕਹਿ ਦਿੱਤਾ ਅਸੀਂ ਭੁੱਲੇ ਹਾਂ ਕਾਮਨ, ਤਾਂ ਫਿਰ ਉਹ ਵਸਤ ਜਿਹੜੀ ਅਨੂਵਸਤ ਹੈ, ਨਾਮ ਜੋਤ ਜੋ ਹੈ, ਉਸ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਕਹਿਤ ਕਬੀਰ ਨਵੇਂ ਘਰ ਮੁੱਸੇ 10ਵੇਂ ਤੱਤ ਸਮਾਈ। ਕਿਉਂਕਿ ਨਾਮਾਂ ਘਰਾਂ ਦੇ ਵਿੱਚ ਚੋਰ ਵਸਦੇ ਨੇ ਜੋ ਸਾਨੂੰ ਠੱਗ ਲੈਂਦੇ ਨੇ। ਇਹ ਵਗਾਨਾ ਦੇਸ਼ ਹੈ ਨੌਦਰ। 10ਵੇਂ ਦੇ ਵਿੱਚ ਅਨੂਪ ਵਸਤੂ ਹੈ ਜੋ ਹਰ ਤੱਤ ਹੈ, ਜੋ ਸਾਡਾ ਪ੍ਰਕਾਸ਼ ਹੈ। ਪਰ ਉਹ ਤਾਂ ਹੀ ਮਿਲੇਗੀ ਜੇ 10ਵੇਂ 'ਚ ਜਾਵਾਂਗੇ। ਉੱਤੀ ਕੁੰਜੀ ਕੀ ਹੈ? ਪ੍ਰਾਣਾਂ ਦੇ ਵਿੱਚ ਹੈ। ਜਿਵੇਂ ਆਪਾਂ ਰੋਜ਼ ਅਭਿਆਸ ਕਰਦੇ ਹਾਂ, ਸਭ ਤੋਂ ਪਹਿਲਾਂ ਕਿੱਥੇ ਧਿਆਨ ਲਾਉਂਦੇ ਹਾਂ? ਜਿੱਥੋਂ ਸਾਨੂੰ ਸਵਾਸ ਆਉਂਦਾ ਹੈ, ਪ੍ਰਾਣ ਆਉਂਦੇ ਨੇ, ਫਿਰ ਉੱਥੋਂ ਆਪਾਂ ਪ੍ਰਵੇਸ਼ ਕਰਦੇ ਹਾਂ ਘਰ ਦੇ ਵਿੱਚ। ਸੋ ਇਸ ਤਰੀਕੇ ਨਾਲ ਸਮਝਾਇਆ ਹੈ ਕਿ ਕੁੰਜੀ ਤੁਹਾਨੂੰ ਗੁਰ ਦੇਗਾ। ਕੁੰਜੀ ਤੁਹਾਡੇ ਅੰਦਰ, ਤੁਸੀਂ ਭੁੱਲ ਗਏ ਉਸ ਨੂੰ ਵਰਤਣਾ, ਅਤੇ ਉਹ ਫਿਰ ਸਾਨੂੰ ਦੱਸੇਗਾ ਕਿਵੇਂ ਆਪਾਂ ਕੁੰਜੀ ਲਾ ਕੇ ਕਿਵੇਂ ਜਿੰਦਰਾ ਖੋਲ੍ਹਣਾ ਹੈ, ਕਿਵੇਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ, ਕਿਵੇਂ ਨਾਮ ਦੇ ਵਿੱਚ ਮਨ ਦਾ ਇਸ਼ਨਾਨ ਕਰਨਾ ਹੈ, ਮਨ ਨੂੰ ਨਿਰਮਲ ਕਰਨਾ ਹੈ। ਹਾਂ, ਅਗਲਾ ਸ਼ਬਦ ਹੈ, ਰਹੋ ਪੰਕਤੀਆਂ ਨੇ, ਮਾਈ ਮੋਹਿ ਅਵਰ ਨਾ ਜਾਣਿਓ ਆਨਾਨਾ। ਜਦੋਂ ਜਾਣ ਲਿਆ ਪਰਮੇਸ਼ਰ ਨੂੰ, ਕਹਿੰਦੇ ਹੁਣ ਅਸੀਂ ਹੋਰ ਨੂੰ ਨਹੀਂ ਜਾਣਦੇ, ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਜਾਣ ਲਿਆ। ਜਿਹਨੂੰ ਜਾਣਨਾ ਸੀ ਉਸ ਨੂੰ ਜਾਣ ਲਿਆ। ਮਾਈ ਮੋਹਿ ਅਵਰ ਨਾ ਜਾਣਿਓ ਆਨਾਨਾ, ਸ਼ਿਵ ਸਨਕਾਦ ਜਾਸ ਗੁਣ ਗਾਵੈ, ਤਾਸ ਬਸੈ ਮੋਰੇ ਪ੍ਰਾਨਾਨਾ। ਵੀ ਜਿਹੜੇ ਸ਼ਿਵ ਸਨਕਾਦਿਕ ਆਦਿ ਜਿਹੜੇ ਨੇ, ਜਿਹਦੇ ਗੁਣ ਗਾਉਂਦੇ ਨੇ, ਪਰ ਉਹਨਾਂ ਦੇਖਿਆ ਨਹੀਂ ਪਰਮੇਸ਼ਰ ਨੂੰ, ਉਹਦੇ ਗੁਣ ਗਾਉਂਦੇ ਨੇ, ਲੇਕਿਨ ਉਹ ਸਾਡੇ ਜਿੱਥੋਂ ਪ੍ਰਾਣ ਆਉਂਦੇ ਉੱਥੇ ਉਹ ਪ੍ਰਗਟ ਹੈ, ਸਾਡੇ ਮਨ ਵਿੱਚ ਵਸ ਗਿਆ ਹੈ। ਤਾਸ ਬਸੈ ਮੋਰੇ ਪ੍ਰਾਨਾਨਾ। ਹਿਰਦੈ ਪ੍ਰਗਾਸ ਗਿਆਨ ਗੁਰਗੰਮਤ, ਗਗਨ ਮੰਡਲ ਮੈਂ ਧਿਆਨਨਾ। ਕਹਿੰਦੇ ਹਿਰਦਾ ਪ੍ਰਕਾਸ਼ ਹੋ ਗਿਆ, ਪਰ ਹੋਇਆ ਕਿਵੇਂ? ਗੁਰ ਦੇ ਗਿਆਨ ਦੁਆਰਾ। ਗੁਰ ਨੂੰ ਧਿਆ ਕੇ, ਗੁਰ ਨੂੰ ਦੀ ਸੇਵਾ ਦੇ ਨਾਲ ਕੀ ਹੋਇਆ? ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ। ਤੇ ਹੁਣ ਸਾਡਾ ਧਿਆਨ ਕਿੱਥੇ ਹੈ? ਗਗਨ ਮੰਡਲ। ਗਗਨ ਮੰਡਲ ਕੀ ਹੈ? ਜਿਹੜਾ ਚੌਥਾ ਪਦ ਹੈ। ਕਿਉਂਕਿ ਗਗਨ ਕਿਸ ਨੂੰ ਕਿਹਾ ਹੈ? ਚੌਥੇ ਪਦ ਨੂੰ, ਪਰਮੇਸ਼ਰ ਨੂੰ। ਗਗਨ ਕੋਈ ਆਕਾਸ਼ ਹੀ ਨਹੀਂ ਹੈ, ਕਿਉਂਕਿ ਪਰਮੇਸ਼ਰ ਹਰ ਥਾਂ 'ਤੇ ਹੈ। ਇਸ ਕਰਕੇ ਬਾਬਾ ਕਬੀਰ ਜੀ ਸਮਝਾਉਂਦੇ ਨੇ, ਆਕਾਸ਼ ਗਗਨ ਪਤਾਲ ਗਗਨ ਹੈ, ਚੌਦਿਸ ਗਗਨ ਰਹਾਏ ਰੇ। ਸਾਰੇ ਪਾਸੇ ਹੈ। ਚੌਥਾ ਪਦ ਜਿਹੜਾ
जिस नूं चौथी सुन कह दईए, उसनूं गगन कहा है। तो कहते हुण साडा ध्यान कित्थे है? परमेश्वर, क्योंकि साडे प्राणां च वस गया है। असीं उस नूं देखदे हां, जिੱਥੋਂ सानूं प्राण आउंदा उत्थों कौन दे रहा है? आप परमेश्वर दे रहा है। विखै रोग पै बंधन भागे, मन निज कर सुख जाना ना। कहते हुण ਜਿਹੜੇ ਵਿਖੇ ਰੋਗ ਸੀ ਤ੍ਰੈ ਗੁਣਾਂ ਦੇ, ਇਹ ਸਾਰੇ ਸਾਡੇ ਦੂਰ ਹੋ ਗਏ। ਜਿਹੜੇ ਬੰਧਨ ਸੀ ਮਨ ਨੂੰ ਪਏ, ਇਹ ਸਾਰੇ ਖਤਮ ਹੋ ਗਏ। ਤੇ ਹੁਣ ਮਨ ਕਿੱਥੇ ਵਸਦਾ ਹੈ? ਨਿਜ ਘਰ ਦੇ ਵਿੱਚ, ਕਿਉਂਕਿ ਨਿਜ ਘਰ 'ਚ ਹੀ ਪਰਮੇਸ਼ਰ ਨੂੰ ਆਪਾਂ ਮਿਲ ਸਕਦੇ ਹਾਂ। ਬਗਾਨੇ ਘਰ, ਨਿਜ ਘਰ ਦਾ ਆਪਣਾ ਘਰ ਬਣਦਾ। 9 ਘਰ ਨੇ ਜਿਹੜੇ, ਇਹ ਬਗਾਨੇ ਨੇ। ਇਸ ਕਰਕੇ ਅਸੀਂ ਹੁਣ ਨਿਜ ਘਰ 'ਚ ਵਸਦੇ ਹਾਂ, ਤੇ ਉੱਥੇ ਹੀ ਮਾਲਕ ਨੂੰ ਅਸੀਂ ਦੇਖਦੇ ਹਾਂ। ਗਗਨ ਮੰਡਲ ਹੈ ਸਾਡਾ ਘਰ ਹੈ ਜਿਹੜਾ। ਹੁਣ ਬੰਧਨ ਸਾਡੇ ਖਤਮ ਹੋ ਗਏ, ਭੱਜ ਗਏ, ਰੋਗ ਸਾਡੇ ਦੂਰ ਹੋ ਗਏ। ਤ੍ਰੈ ਗੁਣਾਂ ਦਾ ਵਿਖ ਰੋਗ ਹੈ ਜਿਹੜਾ। ਹੁਣ ਮਨ ਨਿਜ ਘਰ ਵਿੱਚ ਸੁਖ ਨੂੰ ਜਾਣ ਲਿਆ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨਹਿ ਨਾ ਆਨਾ ਨਾ। ਕਹਿੰਦੇ ਹੁਣ ਇੱਕ ਹੀ ਸੁਮਤ ਚ ਰਤਿਆ ਗਿਆ, ਜਾਣ ਕੇ ਇੱਕ ਹੀ ਗੁਰ ਦੀ ਮੱਤ ਲਈ, ਜਿਹੜੀ ਅਸਲੀ ਸੁਮਤ ਹੈ। ਕਹਿੰਦੇ ਉਹਨੂੰ ਜਾਣਿਆ, ਮੰਨਿਆ। ਪ੍ਰਭ ਦੂਸਰ ਮਨੇ ਨਾ ਆਨਾ ਨਾ। ਕਹਿੰਦੇ ਹੁਣ ਅਸੀਂ ਦੂਜਿਆਂ ਨੂੰ ਨਹੀਂ ਮੰਨਦੇ। ਉਸੇ ਗੁਰ ਦੀ ਮੱਤ ਲੈ ਕੇ ਪ੍ਰਭੂ ਨੂੰ ਸੁਣ ਕੇ ਮੰਨ ਲਿਆ ਜਿਹਨੇ, ਉਹਨਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਹੁਣ ਦੂਜਿਆਂ ਨੂੰ ਨਹੀਂ ਲੋਚਦੇ, ਹੋਰ ਨੂੰ ਨਹੀਂ ਮੰਨਦੇ। ਦੂਜਾ ਮਨ ਦੇ ਵਿੱਚ ਆਉਂਦਾ ਹੀ ਨਹੀਂ ਹੈ। ਚੰਦਨ ਬਾਸ ਭਏ ਮਨ ਬਾਸਨ, ਤਿਆਗ ਘਟਿਓ ਅਭਿਮਾਨਾਂ ਨਾ। ਕਹਿੰਦੇ ਹੋ ਮਨ ਦੇ ਵਿੱਚੋਂ ਜਿਹੜਾ ਅਗਿਆਨ ਹਉਮੈ ਸੀ, ਅਭਿਮਾਨ ਸੀ, ਉਹ ਖਤਮ ਹੋ ਗਿਆ ਹੈ। ਹੁਣ ਮਨ ਸਾਡਾ ਚੰਦਨ ਦੀ ਤਰ੍ਹਾਂ ਹੋ ਗਿਆ ਹੈ, शीतल हो गया है, शांत हो गया है। ते जे बोलते हाँ सुगंधियाँ, वो बोलते जो प्रभु की सिर्फ सलाह है। जी त्रै गुणा की विचार है, त्रै गुणा की सिर्फ सलाह, उसनूं दुर्गंध किया है। ते परमेश्वर दे सिर्फ सलाह करनी वो सुगंध है। ਹੁਣ ਮਨ ਉਸ ਪ੍ਰਭੂ ਦੀ ਹੀ ਸਿਫਤ ਸਲਾਹ ਕਰਦਾ ਹੈ। ਜੋ ਜਨ ਗਾਏ ਧਿਆਏ ਜਸ ਠਾਕਰ, ਤਾਸ ਪ੍ਰਭੂ ਹੈ ਥਾਨਾ ਨਾ। ਹੁਣ ਜਿਹੜਾ ਜਨ ਗਾਉਂਦਾ ਹੈ, ਪਰ ਗਾਉਂਦਾ ਕਦੋਂ ਹੈ? ਧਿਆ ਕੇ। ਆਪ ਧਿਆਉਂਦਾ ਹੈ, ਦੂਜਿਆਂ ਨੂੰ ਧਿਆਉਣ ਦਾ ਤਰੀਕਾ ਦੱਸਦਾ ਹੈ, ਵਿਧੀ ਦੱਸਦਾ ਹੈ। ਉਹ ਜਸ ਹੈ ਮਾਲਕ ਦਾ। ਤਾਸ ਪ੍ਰਭੂ ਹੈ ਥਾਨਾ ਨਾ। ਉਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸਾ ਹੈ, ਜੋ ਧਿਆਉਂਦਾ ਵੀ ਹੈ ਤੇ ਦੂਜਿਆਂ ਨੂੰ ਦੱਸਦਾ ਵੀ, ਗਿਆਨ ਵੀ ਦਿੰਦਾ ਹੈ। ਤੇਹ ਬੜ ਭਾਗ ਬਸਿਓ ਮਨ ਜਾ ਕੈ, ਕਰਮ ਪ੍ਰਦਾਨ ਮਥਾਨਾ ਨਾ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪ੍ਰਭੂ ਵਸਿਆ ਹੈ। ਫਿਰ ਜਿਹਨੇ ਇਸ ਕਰਮ ਨੂੰ ਦੇ ਵਿੱਚ ਲਾਇਆ ਹੈ, ਜਿਹਦੇ ਮਸਤਕ ਤੇ ਕਰਮ ਪਾ ਕੇ ਪ੍ਰਭੂ ਨੇ, ਜਿਸ ਨੂੰ ਆਪਾਂ ਕਹਿ ਦਿੰਦੇ ਕਿ ਕਰਮ ਚ ਲਾ ਦਿੱਤਾ ਹੈ, ਜਿਸ ਨੂੰ ਉਸ ਦਾ ਪ੍ਰਦਾਨ ਵੀ ਕਹਿ ਦਿੱਤਾ ਹੈ। ਪੰਜ ਪ੍ਰਵਾਨ ਪੰਜ ਪ੍ਰਦਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੇਦਾਰ ਰਾਜਾਨ, ਪੰਚਾਂ ਕਾ ਗੁਰ ਇੱਕ ਧਿਆਨ। ਜਿਨ੍ਹਾਂ ਦਾ ਇੱਕ ਹੀ ਧਿਆਨ ਹੈ ਗੁਰ, ਤੇ ਉਹਨਾਂ ਨੂੰ ਫਿਰ ਪ੍ਰਭੂ ਇਸ ਕਰਮ ਦੇ ਵਿੱਚ ਲਾਉਂਦਾ ਹੈ। ਪਰ ਉਹ ਕਿਸੇ ਹੋਰ ਨੂੰ ਨਹੀਂ ਮਨ ਦੇ ਵਿੱਚ ਵਸਾਉਂਦੇ, ਹੋਰ ਨੂੰ ਨਹੀਂ ਲੋਚਦੇ, ਸਿਰਫ ਇੱਕ ਪਰਮੇਸ਼ਰ ਨੂੰ ਹੀ ਲੋਚਦੇ ਨੇ। ਤੇ ਉਹ ਧਿਆਨ ਕਿੱਥੇ ਰੱਖਦੇ ਨੇ? ਗਗਨ ਮੰਡਲ ਦੇ ਵਿੱਚ। ਕਾਟ ਸਕਤ ਸਿਵ ਸਹਿਜ ਪ੍ਰਗਾਸਿਓ, ਏਕੈ ਏਕ ਸਮਾਨਾ ਨਾ। ਸ਼ਕਤੀ ਜਿਹੜੀ ਮਾਇਆ ਹੈ, 9 ਦਰਾਂ ਦਾ ਸਰੀਰ ਸ਼ਕਤੀ ਹੈ, ਤੇ ਪਰਮੇਸ਼ਰ
जोत है जिहड़ी, की है शक्ति। जिहड़ा अपना शरीर है ये शिव ते शक्ति दा खेल है। परमेश्वर ने अपने तो शक्ति पैदा की है। जिवें आपां देखदे हां संसार दे विच कोई भी चीज़ फर जिवें उदाहरण के तौर पर जे आपां सौखे तरीके नाल समझना है, इलैक्ट्रिसिटी दियां जिहड़ियां जिवें मोटर्स वगैरह ने, पंप ने, ट्यूबवैल ने, आपां देखते हाँ कि मोटर जिहड़ी इलैक्ट्रॉनिक मोटर हुंदी है, एक मोटर बनाई जाती है। फर्ज करो आपां एक 20 हॉर्स पावर की, 25 हॉर्स पावर की मोटर है, 20 की है, 15 की है। वो एक शक्ति है, वो शक्ति पैदा की थी। पर वो शक्ति कदों चलती है, शक्ति कदों आउंदी उस दे विच, जदों उस विच बिजली आउंदी है। क्योंकि बिजली सारिया मोटरां च है। एक 15 हॉर्स पावर की मोटर च भी बिजली आके मोटर ने चलना है, लेकिन उसकी पावर जिहड़ी है 15 हॉर्स पावर है, उसकी शक्ति 15 है हॉर्स पावर जिन्नी है, तो एक 25 हॉर्स पावर की है, तो उसकी शक्ति 25 हॉर्स पावर है। लेकिन उहदे च भी वही बिजली है, दूजे च भी। इदां ही साडी ये शक्ति है, जिहड़ा शरीर है, इस दे विच परमेश्वर ने अपनी जोत रखी है। इस करके इसनूं कह दिता है शिव शक्ति दा खेल। जह देखो तै रब रहे, शिव शक्ति दा खेल। त्रै गुण बद्धी देहोरी, जो आया जग सो खेल। ये त्रै गुणों की देहरी है, इस शक्ति है, तो इस दे विच जोत परमेश्वर दी शिव है। शिव ते शक्ति दा ये खेल है। जदों जे आपां देखते हाँ कि जो बिजली तो बिना मोटर व्यर्थ है, तो बिजली भी मोटर तो बिना जे आपां की काम करेगी नहीं। इदां ही शरीर दे विच जिन्नी देर जोत है, शरीर चलता है, दौड़ता है, बोलता है, सब कुछ करता है। जदों जोत निकल गई तो नाश हो जाता है। इस करके सानू समझाया है, पर जदों फिर ज्ञान हो जाता, जिस शक्ति विच अलझिया है, तो जदों इस शक्ति का कप उतार देंदे, इस शिल्क नूं उतार देंदा है, फिर मन प्रकाश हो जाता है। जिवें आपां देखिए कि मोटर चलती है, उस विच बिजली नहीं दिखती, हाँ पर पता कि बिजली दे नाल चलती है, दिखती नहीं। बिजली चानण नहीं देंदी उत्थे, पर जे असीं बल्ब जगा दईए फिर उस दे विच फिर वो प्रकाश कर देंदा है। पक्खा चलदा हवा तो दे सकता, लेकिन चानण नहीं कर सकता। लेकिन जे उस आपां बल्ब दे नाल चानण कर लेंदे। इदां ही जदों असीं अपनी जोत नूं जगा लेंदे हाँ, तो मन प्रकाश हो जाता है, अज्ञानता खत्म हो जाती। इदां ही बाबा कबीर जी समझाउंदे ने कि गुर दे ज्ञान ने साडी शिव ते जिहड़ा शक्ति दा ये माया दा कपड़ा पहनिया सी उतार दिता। काढ़ सख्त शिव सहज प्रकाश्यो, ते फिर मन प्रकाश हो गया। एक है एक समाना ना। फिर देखा कि ये तो सारे एक ही ने, सारे च जोत एक ही है परमेश्वर दी, ते असीं तो उसे दी अंश हाँ। शरीरां करके सारे वखरे वखरे ने, लेकिन जोत सारियां दी इक्को जिही है। एक है रूप अनूप स्वरूपा, रंग पयो रब कही भूपा। कह कबीर गुर भेट महासुख, भरमत रहे मन माना ना। कहते पहला भरम दे विच सी, फिर जदों बाबा कबीर जी कहते गुर दा नाल भेट हुई, गुर दा ज्ञान लिया, फिर महासुख प्राप्त हो गया। फिर मन जदों गुर दा ज्ञान लैके मन गया, फिर जिहड़ा मन भरमदा सी हुण भरम तो हट गया, सुखी हो गया, क्योंकि प्रकाश हो गया, अज्ञानता खत्म हो गई, अंधेरा खत्म हो गया। सो आओ इत्थे हुण ये जिहड़ा
खत्म हो गया है। हुण अगे आपां कल नूं शुरू करांगे 52 अखरी बाणी बाबा कबीर जी दी। जिवें पंचम पातशाह जी दी 52 अखरी बाणी है, इदां बाबा कबीर जी दी भी गौड़ी राग दे विच 52 अखरी बाणी है। कल नूं आपां शुरू करांगे। आओ हुण आपां अभ्यास करिए अपने अंदर मन दा जिहड़ा माया रूप है, जो कपड़ा साडे मन दे विच गुप्त हो गया, तो उपर माया का कपड़ा, इस माया के कपड़े नूं उतार दांगे तो मन प्रकाश हो जाएगा। ये आप देखते हाँ, जदों असी दृष्ट होकर देखते हाँ, सानू जिहड़ा ये फेस है ये दिसनों हट जाता, तो इत्थे प्रकाश दिसना शुरू हो जाता है। ये माया का कपड़ा उतर जाता है, क्योंकि माया का कपड़ा परमेश्वर नूं नहीं पाउंदा। हुण जिहड़ा ये तन है ये माया का कपड़ा है, जो मन ने पहन लिया है, क्योंकि मन का कपड़ा ये माया का कपड़ा नहीं है, मन का कपड़ा नाम है। जिस महाराज समझाउंदे ने, यह तन माया पाया प्यारे, लीतरा लब रंगाए, मेरे कंत न पावै चोलड़ा प्यारे, क्यों तन से जाए। क्योंकि कपड़े नहीं प्रभु नूं पाउंदा, इस करके किवें प्रभु साडे नाल मिलाप हो जाए, किवें असीं इकट्ठे एक सेजा ते हो जाइए। जे आपां इसे काया नूं रंगांगे नाम दे रंग दे विच, फिर साडे नाल ही रहेगा। काया रंगन जेथीए प्यारे, पाइया नौ मजीठ, रंगण वाला जे रंग है साहब, ऐसा रंग ना डीठ। वो रंग परमेश्वर कोल ही है। जदों वो रंग देवे, जे असीं रंगना लोचदे हाँ, फिर उहदी शरण भी जानते हाँ कि साडा भी कपड़ा रंग दिओ, फिर वो रंग दिंदा है। जिनके चोले रतड़े प्यारे, कंत तिना के पास, तुड़ तिना कीजे मिलै जी, कहो नानक की अरदास। भी जिन्हें दे रत्ते चोले ने प्रभु उन्हां दे नाल रहिंदा है, उन्हां दे बचन जे मिलन, उहदी अरदास लेनी है। वो सानू दसदे ने, बचन देंदे ने भी किवें रंगना है। आप नहीं, प्रभु ने आपे साजे आपे रंगे, आपे नदर करे, नानक अमन कंतै पावै, आपे ही रावे। सो ये तरीका जुगती है। सो आओ आपां हुण करना किवें है, मन नेत्रां दे विच है। दो नेत्र ने, ते इत्थों 9 दरां दा शरीर है, इत्थों आपां प्रवेश करना है घर दे विच, 10वें दे विच प्राणा च मिलना है, तो फिर आपां प्रवेश करना है, क्योंकि इत्थे कुंजी है, गुर है। तो फिर आपां वो वस्तु जिहड़ी है, जिहड़ी तुसीं तां प्राप्त कर ही चुके हो, प्रकाश नूं देखदे हो। जो कोई नवां जीव है उसने समझना है, क्योंकि आपां तां जो आपां विचारदे हाँ, आपां अपने अंदरों शंका न रहे, अप्रोढ़ता करने दे वास्ते आपां इस बाणी दी विचार कर रहे हैं। कोई नवां जीव है उसने समझ के, ताकि उसनों भी भरोसा आ जाए, तो उसने चलना है। उस करके उसनों समझण दी लोड़ है। दोनों नेत्रां नूं इस पॉइंट ते आपां दृष्टि फोकस करनी है। ते फिर देखना अपने आप नूं कि साडी अवस्था की है। असीं कपड़ा माया दा पहनिया है जां माया दा कपड़ा नहीं है। जदों असीं इस पॉइंट ते दृष्टि फोकस करके देखांगे, जेकर सानू नक दिसदा है, दो दृष्टि दे विच है मन, फिर सानू अपना ये जिहड़ा फेस है जां अपना ये नक सन नज़र आएगा। जेकर एक दृष्ट हाँ, फिर सानू अपना नक नज़र नहीं आएगा। जे नक नज़र आउंदा है, फिर आपां ये देखना हुंदा है कि असीं है किस अवस्था च, किस पासे, किहड़े गुण च असीं विचरदे हाँ। असीं तमोगुण च हाँ, रजोगुण च हाँ कि सतोगुण च हाँ। सज्जे तमोगुण है, खब्बे रजो है, विचाले सतोगुण है। जे नक सज्जे पासे दिसदा है, फिर तमोगुण है। जे नक खब्बे पासे दिसदा है, फिर रजोगुण है। जे दोनों पासे तो दिसदा है, सतोगुण है। जे नज़र नहीं आउंदा, फिर असीं एक दृष्ट हाँ। जे यही नक प्रकाश हो जाता है, फिर साडा मन मुक्त हो जाता है। फिर असीं उस प्रभु का रूप हाँ, असीं दरगाह दे वासी हाँ। सो इस तरीके दे नाल आपां अपने आप नूं
देखना है, समझना है। आओ आप पहला इस पैर ते सम करके अपने आप नू देखिए किस अवस्था च। हाँ, इत्थों फिर मैं आप जी नू आवाज़ देवांगा कि ध्यान सामने लेके आओ। फिर सामने देखना है। फिर मैं आप जी नू आवाज़ देवांगा अगर ध्यान मस्तक के सामने लै जाओ, पलकों ते चुक। फिर जदों कहांगा सामने वापस, फिर सामने, फिर जदों कहांगा नक ते, फिर नक ते देखना है। जो कोई नवा जीव जो नक दिसता है उसने विश्वास के नाल ये ध्यान लगाना है, तो फिर वापस आके देखना है। जे आप पूरे विश्वास नाल इत्थे ध्यान लावांगे फिर सानू वापस आके नक नज़र नहीं आएगा, एक दृष्ट हो जाएंगे। फिर ध्यावांगे, ध्यान दे नाल ये प्रकाश हो जाएगा। फिर सानू प्रकाश, आपा भी प्रकाश दिसेगा ते सामने भी वही प्रकाश होएगा। सो आओ नेत्र सम करके देखिए सारे अपने आप नू, दृष्टि इत्थे फोकस करके अपने आप नू थोड़ा परखिए, देखिए। सामने लेके आइए ध्यान। मस्तक के सामने लै जाओ, पलकां उत्ते चुक। फिर सामने लेके आओ। फिर नक ते सम करके देखो। देखो अगर कोई नवा जीव है जे नक दिसता सी पहला, हुण देखना है कि नक दिसनों हट गया। जे असीं साडा ध्यान छू गया उस प्रभु दे नाल, ते की होएगा कि सानू अपना नक नज़र नहीं आएगा। जा एक हल्का हल्का इस पासे खब्बे पासे एक परछाई की तरह सानू एक नज़र आ सकता है, बिल्कुल हल्का हल्का जिहा, जो कि जदों आपां ध्यावांगे ध्यान दे नाल प्रकाश हो जाएगा, निर्मल हो जाएगा। नीचे लै जो ध्यान। आप जिथे बैठे हाँ, जो थले विछया है चादर फर्श जो भी है, उस तो थोड़ा ऊपर देखने की कोशिश करनी है।
ਇੱਥੇ ਸਾਨੂੰ ਪ੍ਰਕਾਸ਼ ਦੀਆਂ ਲਹਿਰਾਂ ਅਨੁਭਵ ਹੋਣੀਆਂ ਸ਼ੁਰੂ ਹੋਣਗੀਆਂ। ਜਿਵੇਂ ਸਰੋਵਰ ਦੇ ਵਿੱਚ ਜਲ ਦੀਆਂ ਲਹਿਰਾਂ ਹੁੰਦੀਆਂ ਨੇ, ਇੱਦਾਂ ਇੱਥੇ ਪ੍ਰਕਾਸ਼ ਦੀਆਂ ਲਹਿਰਾਂ, ਇੱਕ ਹਲਚਲ ਅਨੁਭਵ ਹੋਣੀ ਸ਼ੁਰੂ ਹੋ ਜਾਂਦੀ। ਆਹ ਸਮ ਕਰਕੇ ਫਿਰ ਦੇਖੀਏ ਆਪਣੇ ਆਪ ਨੂੰ, ਦ੍ਰਿਸ਼ਟੀ ਸਮ ਕਰਕੇ, ਫੋਕਸ ਕਰਕੇ ਆਪਣੇ ਆਪ ਨੂੰ ਦੇਖੀਏ। नीचे लाए जो ध्यान, बिल्कुल रिलैक्स देखना है।
सामने लेके आइए ध्यान, सामने देखिए, बिल्कुल रिलैक्स। मस्तक दे सामने लै जाओ, पलकां उत्ते चुक। फिर सामने लेके आइए। नीचे ले जाओ ध्यान।
और सम करके देखे अपने आप ਨੂੰ दृष्टि सम करके अपने आप ਨੂੰ देखिए, अपने प्रकाश रूप ਨੂੰ देखिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਧਿਆਨ ਦੀ ਵਿਧੀ ਹੈ, ਅਵਸਥਾ ਹੈ, ਜਿੱਥੇ ਬਾਬਾ ਕਬੀਰ ਜੀ ਨੇ ਧਿਆ ਕੇ ਗਗਨ ਮੰਡਲ ਦੇ ਵਿੱਚ ਧਿਆਨ ਲਾਇਆ, ਪ੍ਰਕਾਸ਼ ਹੋਇਆ, ਅਤੇ ਪਰ ਹੋਰ ਕਿਸੇ ਨੂੰ ਫਿਰ ਮਨ ਦੇ ਵਿੱਚ ਨਹੀਂ ਲੈ ਕੇ ਆਏ, ਕਿਉਂਕਿ ਸਨਮੁਖ ਅਸੀਂ ਉਦੋਂ ਹੀ ਹਾਂ ਜੇ ਅਸੀਂ ਗੁਰ ਲੈ ਲਿਆ, ਅਤੇ ਗੁਰ ਦੁਆਰਾ ਫਿਰ ਸਨਮੁਖ ਕੇ, ਅਤੇ ਗੁਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ। ਆਪਾਂ ਰੋਜ਼ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੈ ਕੋਇ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇੱਦਾਂ ਸਨਮੁਖ ਹਾਂ ਆਪਾਂ ਪ੍ਰਭੂ ਦੇ, ਅਤੇ ਸਨਮੁਖ ਤੋਂ ਫਿਰ ਸਾਨੂੰ ਗੁਰਮੁਖ ਸੱਜਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।